ਜਿਹੜਾ ਸਮਾਰੋਹ ਰੱਖਿਆ ਦੇਖੋ ਅਸੀਂ ਤਾਂ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਸਨਮਾਨ ਕਰਨ ਆਏ ਆ, ਪਰ ਸੰਗਤਾਂ ਇਨਸਾਫ ਦੀ ਲੜਾਈ 'ਚ ਇੰਨੀਆਂ ਮਤਲਬ ਹਿਰਦੇ ਬਲੁੰਦਰੇ ਹੋਏ ਆ, ਲੜਾਈ ਲੜਨਾ ਚਾਹੁੰਦੀ ਆ, ਮੇਰਾ ਸਨਮਾਨ ਕਰੀ ਜਾ ਰਹੀਆਂ। ਤੁਸੀਂ ਦੇਖੋ ਕਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਇਨਸਾਫ ਦੀ ਲੜਾਈ ਵਾਸਤੇ। ਕੁਮਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਲੜਾਈ ਲੜੀ ਆ, ਜੇਕਰ ਨਿਰਪੱਖ ਇੱਕ ਵਿਵਾਕੀ ਦੇ ਨਾਲ ਨਿਡਰਤਾ ਨਾਲ ਜਾਂਚ ਕੀਤੀ ਆ, ਉਸ ਜਾਂਚ ਨੂੰ ਹੱਥ ਪਾਇਆ ਜਿੱਥੇ ਵੱਡੇ ਵੱਡੇ ਮਗਰਮੱਛ, ਵੱਡੇ ਵੱਡੇ ਧਨੰਤਰ ਪੰਜਾਬ ਦੇ ਕਾਰਪੋਰੇਟ ਘਰਾਣੇ ਸੀਗੇ, ਕੈਪਟਨ ਤੇ ਬਾਦਲ ਵਰਗੇ ਜਿਹਦੇ ਸਾਹਮਣੇ ਸਮੇਤ ਸੈਣੀ ਵਰਗੇ ਸੀ, ਤਾਂ ਉਸ ਵੇਲੇ ਉਹਨਾਂ ਨੇ ਜਾਂਚ ਜਿਹੜੀ ਸੀਗੀ ਕੀਤੀ ਆ। ਪਰ ਉਹਨਾਂ ਦੀ ਜਾਂਚ ਨੂੰ ਜਿਸ ਤਰ੍ਹਾਂ ਉਹਨਾਂ ਨੂੰ ਅਪਮਾਨਿਤ ਕੀਤਾ ਗਿਆ, ਰੋਸ ਵਜੋਂ ਉਹਨਾਂ ਅਸਤੀਫਾ ਦਿੱਤਾ ਤੇ ਅਸੀਂ ਪੰਥ ਵੱਲੋਂ ਉਹਨਾਂ ਦਾ ਸਨਮਾਨ ਕੀਤਾ। ਮੁਸਲਮਾਨ ਭਾਈਚਾਰਾ ਵੀ ਆਇਆ, ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ ਵੀ ਇੱਥੇ ਆਇਆ ਸਾਂਝੇ ਤੌਰ ਤੇ। ਔਰ ਤੁਸੀਂ ਦੇਖਿਆ ਕਿ ਸਾਰੀਆਂ ਜਥੇਬੰਦੀਆਂ, ਸੰਤ ਮਹਾਂਪੁਰਸ਼ ਵੱਡੀ ਗਿਣਤੀ 'ਚ ਇੱਥੇ ਆਏ ਆ। ਤਖਤਾਂ ਦੇ ਉੱਤੋਂ ਜਿਹੜੇ ਆ ਸੇਵਾਦਾਰ ਆਏ ਆ ਕਿ ਉਹਨਾਂ ਨੇ ਆ ਕੇ ਇੱਥੇ ਜਿਹੜਾ ਹੈਗਾ ਸਨਮਾਨ, ਸੱਚਖੰਡ ਸ੍ਰੀ ਦਰਬਾਰ ਸਾਹਿਬ ਤੋਂ ਆਏ ਆ, ਉਹਨਾਂ ਦਾ ਸਨਮਾਨ ਸਿਰਫ ਇਸੇ ਗੱਲ ਵਾਸਤੇ ਕਿ ਜੋ ਉਹਨਾਂ ਨੇ ਕੀਤਾ ਅਸੀਂ ਉਹਦੀ ਸ਼ਲਾਘਾ ਕਰਦੇ ਹਾਂ। ਇਨਸਾਫ ਦੀ ਲੜਾਈ ਸਾਡੀ ਜਾਰੀ ਆ। ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕਰਾਂਗੇ ਕਿ ਉਹ ਇਨਸਾਫ ਕਰਨ, ਇਸ ਬੇਅਦਬੀ ਦਾ ਨਹੀਂ ਕਰਨਗੇ ਤਾਂ ਜਿਸ ਤਰ੍ਹਾਂ ਬਾਦਲਾਂ ਨੂੰ ਜਿਹੜੇ 25 ਸਾਲ ਦਾ ਰਾਜ ਕਰਨ ਦਾ ਦਾਅਵਾ ਕਰਦੇ ਸੀ ਪੰਜਾਬ ਦੇ ਲੋਕ, ਉਹਨਾਂ ਨੂੰ ਬਾਦਲ ਪਿੰਡ ਛੱਡ ਕੇ ਆਏ, ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮਹਿੰਦਰਾ ਬਾਗ ਸੀਸਵਾਂ ਨਵੇਂ ਚੰਡੀਗੜ੍ਹ ਜਿਹੜਾ ਨਵਾਂ ਘਰ ਬਣਾਇਆ ਉੱਥੇ ਛੱਡ ਕੇ ਆਉਣਗੇ ਲੋਕ। ਫਿਰ ਪੰਜਾਬ ਦੀ ਸੱਤਾ ਭੁੱਲ ਜਾਣ, ਇਨਸਾਫ ਦੇਣਾ ਪਊ ਤੇ ਸਵਾਲਾਂ ਦੇ ਘੇਰੇ 'ਚ ਸਦਾ ਰਹਿਣਗੇ ਕਿ ਬਾਦਲਾਂ ਨੂੰ, ਦੋਸ਼ੀਆਂ ਨੂੰ ਬਚਾਉਣ ਵਾਸਤੇ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਬੇਅਦਬੀ ਦੀਆਂ ਪੈੜਾਂ ਬਾਦਲਾਂ ਦੇ ਘਰ ਨੂੰ ਜਾਂਦੀਆਂ ਇਲੈਕਸ਼ਨ ਤੋਂ ਪਹਿਲਾਂ 17 ਤੋਂ, ਤੇ ਹੁਣ ਉਹਨਾਂ ਨਾਲ ਸਾਂਝ ਭਿਆਲੀਆਂ, ਉਹਨਾਂ ਨਾਲ ਜਿਹੜਾ ਅਲਾਇੰਸ ਕੀਤਾ ਜਾ ਰਿਹਾ, ਉਹਨਾਂ ਨੂੰ ਬਚਾਇਆ ਜਾ ਰਿਹਾ। ਇਹ ਪੰਥ ਤੇ ਪੰਜਾਬ ਦੇ ਲੋਕ ਜਿਹੜੇ ਆ ਇਹ ਕਦੇ ਵੀ ਇਸ ਚੀਜ਼ ਨੂੰ ਪ੍ਰਵਾਨ ਨਹੀਂ ਕਰਨਗੇ। ਸਮੂਹ ਧਰਮਾਂ ਦੇ ਇਨਸਾਫ ਪਸੰਦ ਲੋਕ ਇਸ ਲੜਾਈ ਨੂੰ ਲੜਨਗੇ। ਲੜਾਈ ਜਾਰੀ ਆ। ਆਉਣ ਵਾਲੇ ਦਿਨਾਂ 'ਚ ਤੁਸੀਂ ਦੇਖੋਗੇ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਜਬੂਰ ਕੀਤਾ ਜਾਊਗਾ ਕਿ ਉਹ ਇਨਸਾਫ ਜਿਹੜਾ ਹੈਗਾ ਦਿੱਤੇ ਬਿਨਾਂ ਗੁਜ਼ਾਰਾ ਨਹੀਂ ਹੋਊਗਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ, ਸ਼ਹੀਦ ਹੋਏ ਸਿੰਘਾਂ ਦਾ, ਬਾਈਬਲ ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਕੈਪਟਨ ਅਮਰਿੰਦਰ ਸਿੰਘ ਨੂੰ ਕਰਨਾ ਪਊਗਾ। 4 ਸਾਲਾਂ ਬਾਅਦ ਜੀ ਇਹ ਜਿਹੜਾ 4 ਸਾਲ ਲਗਾ ਦਿੱਤੇ ਗਏ ਨੇ, ਸ਼ੁਰੂਆਤ ਇੱਥੇ ਹੀ ਹੋਈ ਸੀ। ਕਾਂਗਰਸ ਪਾਰਟੀ ਜਿਹੜੀ ਇਸੇ ਕਹਿ ਕੇ ਆਈ ਸੀ ਜੀ, ਅੱਜ ਫੇਰ 4 ਸਾਲਾਂ ਬਾਅਦ ਇਹ ਕੰਮ ਕਰਤਾ ਜੀ। ਜਿਹੜੀ ਬੇਅਦਬੀ ਦੇ ਉੱਤੇ, ਜਿਹੜੀ ਬੇਅਦਬੀ ਤੇ ਕੈਪਟਨ ਦੀ ਸਰਕਾਰ ਆਈ ਸੀ,
ਉਸੇ ਬੇਅਦਬੀ ਦੇ ਕਾਰਨ ਜੇ ਇਨਸਾਫ ਨਾ ਦਿੱਤਾ ਤੇ ਕੈਪਟਨ ਦੀ ਸਰਕਾਰ ਜਾਊਗੀ ਵੀ। ਜੀ ਸਰ, ਅੱਜ ਸਨਮਾਨ ਕੀਤਾ ਜਾ ਰਿਹਾ, ਕੀ ਕਹਿਣਾ ਚਾਹੋਗੇ? ਮੈਂ ਜੀ ਸਰ, ਸਭ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਜੀ ਦੇ ਇਸ ਪ੍ਰਾਂਗਣ ਦੇ ਵਿੱਚ ਵਿਰਾਜਮਾਨ ਸਾਰੇ ਸੰਤ ਮਹਾਂਪੁਰਸ਼ਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਸੱਦ ਕੇ ਇੱਕ ਸਨਮਾਨ ਦਿੱਤਾ। ਸਰ ਕੀ ਬਣਿਆ? ਮੈਂ ਦੇਖੋ ਸਭ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਗੇ ਨਤਮਸਤਕ ਹੋ ਕੇ ਮੈਨੂੰ ਬਹੁਤ ਚੰਗਾ ਮਹਿਸੂਸ ਹੋਇਆ, अच्छा लगा। मैं नहीं कह सकता हाँ कि हाँ मैं क्लेम नहीं करता हाँ कि मैं कोई कुर्बानी की थी नौकरी छड़ के, लेकिन मेरी नौकरी गई श्री गुरु ग्रंथ साहब जी की सेवा करते हुए। मैनू इस चीज़ का बहुत मान है, श्री गुरु ग्रंथ साहब जी की सेवा करते हुए अपनी नौकरी छड़ दी, अपनी नौकरी गंवा दी। मैनू कोई अफसोस नहीं है, मैनू बहुत मान है इस गल का कि श्री गुरु ग्रंथ साहब जी की सेवा करते हुए मेरी नौकरी चली गई। ये तो सिर्फ नौकरी है। जब मैं इन्वेस्टिगेशन शुरू किया सी मैनू ये भी पता सी कि मेरी नौकरी भी जा सकती है, मेरी जान भी जा सकती है, क्योंकि तुहानू पता है कि दोषी जड़े ने, मैं उन्हों का ना ही नहीं लेंदा, असल दोषी जड़े ने बहुत ही इन्फ्लुएंशियल, बहुत ही पावरफुल, बहुत ही पैसे वाले ने, वो सब कुछ खरीद सकते हैं। उन्होंने इस मुल्क के संविधान की भी हत्या करा दी है, मर्डर कराया है मुल्क दे। उन्होंने जो लोग देखो गुरु ग्रंथ साहिब जी की बेअद भी करवा सकते हैं, उस संविधान की हत्या करवा दी, कोई बहुत बड़ी गल होना वास्ते नहीं है। लेकिन मैनू उम्मीद सी कि जो संविधान के रखवाले सीगे वो जरूर इंसाफ करेंगे, लेकिन इंसाफ मिलिया नहीं। मैनू ये भी आज इतने बंदे हुए कोई भी मैनू हेजिटेशन नहीं है, हैरानी नहीं है। देखो इस केस दे विच देखो तुसी जो कानून है ना साडा, ये जिहड़ा कानून है कॉलोनियल लॉ है, कॉलोनियल लॉ अंग्रेजी कानून जिन्होंने असीं कहते हैं। अंग्रेजी कानून के तहत इस केस के विच इंसाफ नहीं होना है, हो ही नहीं सकता है अंग्रेजी कानून के तहत, ये मेरा दावा है। दूसरा मैं ये कहूँगा देखो कि जो री इन्वेस्टिगेशन की गल कर रहे हैं, दोबारा इन्वेस्टिगेशन तुसी एक सीट बना लो, 2 बना लो, CBI ले आओ, तुसी जो मर्जी ले आओ, री इन्वेस्टिगेशन हो नहीं सकता है। टाइम पास जरूर होगा, लोगों को मूर्ख जरूर बनाया जाएगा। दूसरी गल यह है कि जो चलान मैं दिता सी, जो रिपोर्ट ना तो वो रिपोर्ट सरकार नू गई सी, कई लोगों को भुलेखा है कि ये रिपोर्ट सरकार नू दिती गई सी, ना ही ये रिपोर्ट मानयोग हाई कोर्ट दे विच दाखिल हुई सी। साडी रिपोर्ट 9 चलाना दे रूप दे विच फरीदकोट दी मानयोग जिला अदालत दे विच दाखिल की गई सी। उन्हां 9 चलाना चो 5 चलान जड़े ने उन्हां नू क्वैश कर दिता गया है, खारिज किया गया है। 4 चलान हुण भी जिंदा ने, ठीक है कि नहीं। लेकिन मैं ये कहूँगा हाँ कि देखो जो रिपोर्ट दी गई है वो रिपोर्ट मानयोग जिला अदालत फरीदकोट दे विच है। मैनू ये पता नहीं है कि वो रिपोर्ट किस तरह मतलब बिना रिपोर्ट देखे हुए जो फैसला आया है, मैं फैसला ना तो पढ़िया हाँ ना मैनू पढ़ना है, ना ही मतलब मैनू उसकी लोड़ है। मैनू पहला तो पता सी, ठीक है, इस दे बारे पहला तो पता सी, तो मैं उस दे उत्ते कोई किंतु परंतु नहीं करना चाहता हाँ, कोई किंतु परंतु नहीं। जो फैसला आया है मानयोग हाई कोर्ट का जो फैसला है उसके नाल में कोई भी जे तुसी रिपोर्ट इन्नी तनदेही दे नाल बनाई सी तां कोर्ट ने खारिज क्यों की? मेरी गल तो सुनो जी, मैं जो ऑर्डर आया है ऑर्डर दे उत्ते कोई भी मैं बयान नहीं देना चाहता हाँ जी। उस दे उत्ते कोई भी मैं तर्क वितर्क असी नहीं करना चाहता हाँ, क्योंकि साडे मुल्क का जो कानून है वो इस चीज़ की इजाजत नहीं दिंदा। लेकिन इन्वेस्टिगेशन मेरे वालों सुनो, इन्वेस्टिगेशन मेरे वालों 2 साल तक की गई है, पूरी ट्रांसपेरेंट इन्वेस्टिगेशन रही है। एक लाइन जो है ना अपने आप दे विच सबूत है, ठीक है। तुसी जो सवाल किया कि खारिज क्यों हो गया मैनू नहीं पता है। जेकर मानयोग जिला अदालत सैशन अदालत फरीदकोट वालों साडे गवाहां दा बयान लिया जांदा, साडे वालों जो सबूत उत्थे पेश किए गए हैं उन्होंने सबूतों को देख के गवाहां का बयान दे के जो कुछ भी फैसला आउंदा सानू मंजूर सी। लेकिन साडे गवाहां का बयान नहीं होया, मैनू मौका नहीं मिलया कि अपने गवाहां नू अदालत के सन्मुख पेश कर सका। मैनू मौका नहीं मिलया कि जो अदालत दे विच असी सबूत पेश किए हैं वो जो सबूत ने उन्होंने सबूतों नू वेख्या नहीं गया, क्योंकि निपटारा इहदा होना है फरीदकोट दी
ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਵਿੱਚ। ਮੈਂ ਦੁਬਾਰਾ ਇਹ ਕਹਿਣਾ ਚਾਹੁੰਦਾ ਹਾਂ ਕਿ ਕੋਈ ਵੀ ਵਿਅਕਤੀ ਉਸ ਚਲਾਨ ਦੇ ਕਿਸੇ ਵੀ ਪਹਿਲੂ ਦੇ ਉੱਤੇ ਮੇਰੇ ਨਾਲ ਡਿਸਕਸ ਕਰਨਾ ਚਾਹੁੰਦਾ ਹੈ, ਜਨਤਕ ਤੌਰ ਤੇ ਵਿਅਕਤੀਗਤ ਤੌਰ ਤੇ ਆ ਕੇ ਡਿਸਕਸ ਕਰ ਸਕਦਾ ਹੈ। एक एक लाइन उस चलान दा जो लिखिया गया है वो गुरु गोबिंद सिंह जी की कृपा दे नाल लिखिया गया है। मेरे अंदर वो काबिलियत नहीं सीगी, मेरे अंदर वो काबिलियत नहीं सीगी कि मैं इस तरीके की इन्वेस्टिगेशन कर सकता सी। जो इन्वेस्टिगेशन होया है गुरु गोबिंद सिंह जी महाराज की कृपा दे नाल होया है। कोई भी व्यक्ति जेकर चाहता है, कोई भी कानून का जानकार होवे, किसी नूं भी बहुत हंकार होवे, वो मेरे नाल आके डिस्कस कर सकता है। सब ਤੁਹਾਡਾ ਵਿਰੋਧ ਕੀਤਾ ਜਾ ਰਿਹਾ, ਕਹਿ ਰਹੇ मेरी गल सुनो, जो बेअदबी करवा सकते ने, गुरु ग्रंथ साहिब जी की बेअदबी करवा सकते ने, ठीक है कि नहीं, वो कुछ भी कर सकते ने, मैनू कोई परवाह नहीं होना। उन्होंने कोई स्टेटस नहीं है जी। हुण मैं दोबारा आज दा जिहड़ा सन्मान समारोह है, मैं देखो मैं ये दावे दे नाल कह सकता हाँ कि मानयोग जथेदार दादूवाल साहब नाल मेरी आज पहली मुलाकात इत्थे हो रही है। आप जी ने भी मीडिया दे विच बयान दिता सी कि कोई मुलाकात नहीं है कि असीं श्री हरमंदिर साहिब जी दे